मैं पल दो पल का शायर हूँ, पल दो पल मेरी कहानी है, पल दो पल मेरी हस्ती है, पल दो पल मेरी जवानी है। मैं पल दो पल का शायर हूँ, पल दो पल मेरी कहानी है, पल दो पल मेरी हस्ती है, पल दो पल मेरी जवानी है। मैं पल दो पल का शायर हूँ। मुझसे पहले कितने शायर आए और आकर चले गए, कुछ आहें भर कर लौट गए, कुछ नगमे गा कर चले गए। वो भी एक पल का किस्सा थे, मैं भी एक पल का किस्सा हूँ, कल तुमसे जुदा हो जाऊंगा, वो आज तुम्हारा हिस्सा हूँ। मैं ਆਈਨਾ ਟੀਵੀ ਦੇਖ ਰਹੀ ਸਾਰੇ ਦਰਸ਼ਕਾਂ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਥੀਓ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਡੀਆਂ ਪੋਸਟਾਂ ਸਮੇਂ-ਸਮੇਂ 'ਤੇ ਬੇਹੱਦ ਪਿਆਰ ਦਿੰਦੇ ਆ ਰਹੇ ਹੋ ਔਰ ਸਮੇਂ-ਸਮੇਂ 'ਤੇ ਅਸੀਂ ਤੁਹਾਨੂੰ ਬਹੁਤ ਹੀ ਉੱਘੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਵਾਉਂਦੇ ਆ ਰਹੇ ਹਾਂ। ਇਸੇ ਹੀ ਲੜੀ ਤਹਿਤ ਮੇਰੇ ਨਾਲ ਅੱਜ ਮੌਜੂਦ ਹਨ ਉੱਘੇ ਲੇਖਕ, ਸਾਹਿਤਕਾਰ ਅਤੇ ਪੱਤਰਕਾਰ ਮੇਘ ਚੰਦ ਸਿੱਧੂ ਜੀ। ਆਓ ਇਹਨਾਂ ਨਾਲ ਗੱਲਬਾਤ ਕਰਕੇ ਦੇਖਦੇ ਹਾਂ। ਸਰ, ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸ਼ੁਕਰੀਆ, ਮਿਹਰਬਾਨੀ। ਸਰ, ਪਹਿਲਾਂ ਸਾਡੇ ਆਈਨਾ ਟੀਵੀ ਦੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਦੱਸੋ ਕਿ ਤੁਹਾਨੂੰ ਜਿਹੜਾ ਲਿਖਣ ਦਾ ਸ਼ੌਂਕ ਹੈਗਾ ਵਾ ਇਹ ਕਦੋਂ ਕੁ ਪਿਆ ਹੈਗਾ, ਕਿੰਨਾ ਕੁ ਅਰਸਾ ਹੋ ਗਿਆ ਹੈ ਸ਼ੌਂਕ ਦਾ? ਗੱਲ ਇਸ ਤਰ੍ਹਾਂ ਪ੍ਰੋਡਕਸ਼ਨ ਜਿਹੜਾ ਲਿਖਣ ਦਾ ਸ਼ੌਕ ਹੈਗਾ, ਲਿਖਣ ਦਾ ਸ਼ੌਕ ਐਕਚੁਅਲੀ ਮੈਨੂੰ ਕਾਲਜ ਟਾਈਮ ਤੋਂ ਹੈ ਜੀ। ਕਿਉਂਕਿ ਜਦੋਂ ਮੈਂ ਦੇਖਦਾ ਕਿ ਜਿਹੜੀਆਂ ਸਮਾਜਿਕ ਗਤੀਵਿਧੀਆਂ ਜਾਂ ਪ੍ਰਸਥਿਤੀਆਂ ਹੈਗੀਆਂ, ਸਾਡੇ ਸਮਾਜਿਕ ਪ੍ਰਸਥਿਤੀਆਂ ਜਿਹੜੀਆਂ ਹੈਗੀਆਂ, ਉਹਨਾਂ ਨੂੰ ਦੇਖਦੇ ਹੋਏ ਜਦੋਂ ਮੈਨੂੰ ਇਹ ਦਿਖਦਾ ਹੈ ਕਿ ਵਾਕਿਆ ਇੱਕ ਆਮ ਨਾਗਰਿਕ ਦੀ ਤਰਾਸ਼ਦੀ ਹੋ ਰਹੀ ਹੈ ਅਤੇ ਮੈਨੂੰ ਆਪਣੀ ਕਲਮ ਦੁਆਰਾ ਇੱਕ ਆਵਾਜ਼ ਬੁਲੰਦ ਕਰਨੀ ਪੈਂਦੀ ਹੈ ਜੀ। ਇਸ ਕਰਕੇ ਮੇਰਾ ਲਿਖਣ ਦਾ ਸ਼ੌਕ ਬਣਿਆ ਜੀ ਕਾਲਜ ਟਾਈਮ ਤੋਂ। ਜੀ, ਕਾਲਜ ਟਾਈਮ ਤੋਂ। ਤਾਂ ਸੋ ਸਰ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੇ ਹੈਗੇ ਤੁਸੀਂ ਸਟਾਰਟਿੰਗ ਵਿੱਚ ਸ਼ੁਰੂਆਤੀ ਦੌਰ ਵਿੱਚ ਕੀ ਲਿਖਿਆ ਸੀ? ਸ਼ੁਰੂ ਵਿੱਚ ਦੇਖੋ ਜੀ, ਮੈਂ ਕਾਲਜ ਟਾਈਮ ਦੇ ਵਿੱਚ ਪਹਿਲੇ ਮਿੰਨੀ ਕਹਾਣੀ, ਉਸ ਤੋਂ ਬਾਅਦ ਪੋਇਟਰੀ, ਕਵਿਤਾਵਾਂ ਜਿਹੜੀਆਂ ਕਿ ਪੰਜਾਬੀ ਜਾਂ ਨਾਮਵਰ ਅਖਬਾਰਾਂ ਵਿੱਚ ਛਪ ਚੁੱਕੀਆਂ ਨੇ ਜੀ। ਔਰ ਦੇਖਣ ਵਿੱਚ ਆਇਆ ਕਿ ਤੁਸੀਂ ਸਾਹਿਤ ਕਲਾ ਦੇ ਨਾਲ ਨਾਲ ਪੱਤਰਕਾਰਤਾ ਨਾਲ ਵੀ ਜੁੜੇ ਹੋਏ ਹੋ। ਬਿਲਕੁਲ। ਫਿਰ ਸਾਹਿਤਕ ਖੇਤਰ ਤੋਂ ਪੱਤਰਕਾਰਤਾ ਦੇ ਖੇਤਰ ਵੱਲ ਰੁਝਾਨ ਕਿਸ ਤਰ੍ਹਾਂ ਹੋਇਆ? ਰੁਝਾਨ ਇਸ ਤਰ੍ਹਾਂ ਕਿ ਦੇਖੋ, ਜਦੋਂ ਮੈਂ ਅਖਬਾਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ ਜੀ, ਉਸ ਤੋਂ ਪਹਿਲਾਂ ਵੀ ਮੈਂ ਲਿਖਦਾ ਸਾਂ ਕਾਲਜ ਟਾਈਮ ਦੇ ਵਿੱਚ ਜੀ। ਐਕਚੁਅਲੀ ਜਦੋਂ ਇਹ ਪਤਾ ਲੱਗਾ ਕਿ ਵਾਕਿਆ ਹੀ ਕੁਝ ਵਾਪਰ ਰਿਹਾ, ਤਰਾਸ਼ਦੀਆਂ ਵਾਪਰ ਰਹੀਆਂ ਨੇ ਜਾਂ ਧੱਕਾ ਹੋ ਰਿਹਾ, ਔਰਤ ਜਾਤੀ ਦੇ ਧੱਕੇ ਦੀ ਗੱਲ ਕਰ ਲਈਏ ਆਪਾਂ, ਉਹਨਾਂ ਦੇ ਹੱਕਾਂ ਦੀ ਗੱਲ ਕਰ ਲਈਏ, ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਪਰਿਸਥਿਤੀਆਂ ਮੇਰੇ ਸਾਹਮਣੇ ਆਈਆਂ ਜੀ, ਜਿਹੜੀਆਂ ਕਿ ਮੈਂ ਆਪਣੀ ਕਲਮ ਦੁਆਰਾ ਜਿਹੜੀਆਂ ਅੰਕਿਤ ਕਰਕੇ ਅਤੇ ਸਮਾਜ ਦੇ ਸਾਹਮਣੇ ਪੇਸ਼ ਕੀਤੀਆਂ ਹਨ ਜੀ। ਸੋ ਫਿਰ ਲਿਖਣ ਕਲਾ ਦਾ ਸਿਲਸਿਲਾ ਅੱਜ ਉਦੋਂ ਲੱਗ ਕੇ ਹੁਣ ਤੱਕ ਕਾਫੀ ਦਿਖਣ ਬਿਲਕੁਲ ਹੀ ਨਿਰੰਤਰ ਚੱਲਦਾ ਰਿਹਾ, ਵੱਧ ਚੁੱਕਾ ਹੈਗਾ ਵਾ, ਕਾਫੀ ਆਪਣੀ ਜੋਬਨ 'ਤੇ ਹੈਗਾ ਜੀ। ਸੋ ਫਿਰ ਜਿਹੜੀ ਤੁਹਾਡੀਆਂ ਕੋਈ ਪੁਸਤਕਾਂ ਵਗੈਰਾ ਵੀ ਪ੍ਰਕਾਸ਼ਿਤ ਹੋਈਆਂ? ਬਿਲਕੁਲ ਜੀ। ਭੰਡਾਰੀ ਸਾਹਿਬ, ਮੈਂ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਨਾਲ ਰਿਲੇਟਡ ਹਾਂ ਜੀ। ਬਹੁਤ ਅੱਛੀ ਗੱਲ ਹੈ ਜੀ। ਔਰ ਕਾਫੀ ਜਿਹੜੇ ਕਾਵਿ ਸੰਗ੍ਰਹਿ ਛਪ ਚੁੱਕੇ ਆ, ਜਿਨ੍ਹਾਂ ਦੇ ਵਿੱਚ ਕਿ ਮੇਰੀਆਂ ਗਜ਼ਲਾਂ, ਕਵਿਤਾਵਾਂ ਦੀ ਵੱਡੀ ਸ਼ਮੂਲੀਅਤ ਹੈ ਜੀ। ਜੀ ਹਾਂ ਸਾਥੀਓ, ਇਹਨਾਂ ਦਾ ਕਾਫੀ ਇੱਕ ਜਿਹੜਾ ਵਡਮੁੱਲਾ ਯੋਗਦਾਨ ਹੈਗਾ ਸਾਹਿਤਕ ਖੇਤਰ ਵਿੱਚ, ਔਰ ਕਾਫੀ ਜਿਹੜੀ ਅਧਾਰਿਆਂ ਨਾਲ ਜੁੜੇ ਵੀ ਹੋਏ ਹੈਗੇ, ਜਿਵੇਂ ਕਿ ਦੱਸਿਆ ਹੈਗਾ ਇਹਨਾਂ ਨੇ। ਔਰ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹਨਾਂ ਦੀਆਂ ਇੱਕ ਗਜ਼ਲ ਦੀਆਂ ਦੋ ਲਾਈਨਾਂ ਸੁਣ ਕੇ ਦੇਖਦੇ ਹਾਂ। ਸਰ, ਸਾਡੇ ਦਰਸ਼ਕਾਂ ਨੂੰ ਆਪਣੀ ਕਿਸੇ ਵੀ ਇੱਕ ਰਚਨਾ ਛੋਟੀ ਜਿਹੜਾ ਮੁਖੜਾ ਬੋਲ ਜੀ। ਮੇਰੀ ਇੱਕ ਰਚਨਾ ਸੀ ਗਜ਼ਲ ਜੀ। ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ। ਬਹੁਤ ਖੂਬੀ। ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ, ਪੌਣ ਠੰਡੀ ਠੰਡੀ ਪਈ ਹੈ ਵਗਦੀ, ਪੌਣ ਠੰਡੀ ਠੰਡੀ ਪਈ ਹੈ ਵਗਦੀ, ਗੀਤ ਛੇੜੇ ਕੋਈ ਦੀਵਾਨਾ ਦੋਸਤੋ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ। ਕਰ ਉਜਾਲਾ ਇਲਮ ਦਾ ਚਾਰੋਂ ਤਰਫ ਜੀ, ਕਰ ਉਜਾਲਾ ਇਲਮ ਦਾ ਚਾਰੋਂ ਤਰਫ, ਭਰਿਆ ਦਿਲ ਦੇ ਵਿੱਚ ਖਜ਼ਾਨਾ ਦੋਸਤੋ। ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ, ਮਰ ਗਿਆਂ ਨੂੰ ਪੂਜਦੇ ਕਿਉਂ ਫਿਰ ਰਹੇ, ਮਰ ਗਿਆਂ ਨੂੰ ਪੂਜਦੇ ਕਿਉਂ ਫਿਰ ਰਹੇ, ਜਿਉਂਦਿਆਂ ਨਾ ਲਓ ਜਰਾਨਾ ਦੋਸਤੋ,
जिंदगी है एक निशाना दोस्तों, जिंदगी है एक तराना दोस्तों। ਸੋ ਦੋਸਤੋ ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ। ਮੇਰੇ ਚੰਦ ਸਿੱਧੂ ਜੀ ਦੀ ਬਹੁਤ ਹੀ ਪਿਆਰੀ ਗੱਲ ਜਦ ਤੁਸੀਂ ਹੁਣੀ ਤੁਹਾਨੂੰ ਸੁਣਾਈ ਗਈ ਹੈਗੀ ਨਾਲ ਆਓ ਇਹਨਾਂ ਨਾਲ ਅੱਗੇ ਗੱਲਬਾਤ ਕਰਕੇ ਦੇਖਦੇ ਹਾਂ। ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਹਰ ਇੱਕ ਦੇ ਕੋਈ ਨਾ ਕੋਈ ਹੁੰਦੇ ਹੈ ਗੁਰੂ ਹੁੰਦੇ ਹੈਗੇ ਉਸਤਾਦ ਆਦਰਸ਼ ਹੁੰਦੇ ਆ। ਕੋਈ ਤੁਹਾਡੇ ਕੌਣ ਆਦਰਸ਼ ਹੈਗੇ ਆ? ਤੁਸੀਂ ਕਿਹਨਾਂ ਜਿਹੜੇ ਲਿਖਤਾਂ ਤੋਂ ਪ੍ਰਭਾਵਿਤ ਹੋਏ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜੇ ਆਪਾਂ ਆਦਰਸ਼ ਦੀ ਗੱਲ ਕਰ ਲਈਏ ਜੀ ਭੰਡਾਰੀ ਸਾਹਿਬ, ਮੈਂ ਬਚਪਨ ਤੋਂ ਲੈ ਕੇ ਆਪਣਾ ਆਦਰਸ਼ ਆਪਣੀ ਮਾਂ ਨੂੰ ਮੰਨਦਾ। ਬਹੁਤ ਖੂਬ, ਆਪਣੀ ਮਾਂ ਵਿੱਚੋਂ, ਬਹੁਤ ਅੱਛੀ ਗੱਲ ਆਪਣੇ ਪਿਤਾ ਜੀ ਵਿੱਚੋਂ ਜੀ ਬਹੁਤ ਕੁਝ ਮੈਂ ਚੱਕਿਆ। ਜੀ ਔਰ ਜਿਹੜੀ ਮੁੱਢਲੀ ਐਜੂਕੇਸ਼ਨ ਆ, ਕਹਿੰਦੇ ਬੱਚਾ ਆਪਣੀ ਮਾਂ ਤੋਂ, ਆਪਣੇ ਬਾਪ ਤੋਂ ਹਾਸਿਲ ਕਰਦਾ ਹੈ। ਜੀ ਫਿਰ ਹੌਲੀ ਹੌਲੀ ਉਹ ਸਮਾਜ ਵਿੱਚ ਵਿਚਰਦਾ ਹੈ। ਸਮਾਜ ਵਿੱਚ ਵਿਚਰਦਿਆਂ ਉਸ ਦਾ ਬਹੁਤ ਸਾਰੀਆਂ ਪਰਿਸਥਿਤੀਆਂ ਨਾਲ ਵਾਹ ਪੈਂਦਾ ਹੈ। ਔਰ ਅਕਸਰ ਮੇਰਾ ਵੀ ਇਸ ਤਰ੍ਹਾਂ ਹੋਇਆ। ਜੀ ਇੱਕ ਆਮ ਸਧਾਰਨ ਪਰਿਵਾਰ ਵਿੱਚ ਉੱਠ ਕੇ ਜੀ ਜਿਹੜੀਆਂ ਸਮਾਜਿਕ ਜਦੋਜਹਿਦ ਨਾਲ ਜੀ ਸੰਘਰਸ਼ ਕਰਨਾ ਜੀ ਮੇਰੇ ਜੀਵਨ ਦਾ ਵੀ ਕੰਮ ਬਣਿਆ। ਜੀ ਬਹੁਤ ਵੱਡਾ ਸਟਰਗਲ ਹੈ ਮੇਰੀ ਲਾਈਫ ਦੇ ਵਿੱਚ। ਤੁਹਾਡੇ ਕਹਿਣ ਤੋਂ ਬਾਅਦ ਤੁਹਾਡੀ ਜਿਹੜੀ ਜੀਵਨ ਦੀ ਗਾਥਾ ਵੀ ਕਾਫੀ ਵੱਖ-ਵੱਖ ਪ੍ਰਸਥਿਤੀਆਂ ਵਿੱਚੋਂ ਹੋ ਕੇ ਗੁਜ਼ਰੀ ਹੈ। ਵੱਖ-ਵੱਖ ਪਰਿਸਥਿਤੀਆਂ ਵਿੱਚੋਂ ਗੁਜ਼ਰੀ ਹੈ। ਜੀ ਹਾਂ ਸਾਥੀਓ, ਜਿਵੇਂ ਕਿ ਇਹਨਾਂ ਨੂੰ ਜਿਹੜੀ ਹੈਗੀ ਹੈ ਕਿ ਸਾਹਿਤਿਕ ਖੇਤਰ ਨੂੰ ਅਲੱਗ ਰੱਖ ਕੇ ਗੱਲ ਕਰੀ ਤਾਂ ਨਿੱਜੀ ਜੀਵਨ ਦੀ ਗੱਲ ਕਰੀ ਤਾਂ ਇਹਨਾਂ ਨੇ ਵੱਖਰੇ ਹਾਲਾਤਾਂ ਵਿੱਚੋਂ ਗੁਜ਼ਰੇ ਹੋਏ ਹਨ, ਕਿਉਂਕਿ ਔਰ ਕਾਫੀ ਜ਼ਿੰਦਗੀ ਜੀਵਨ ਦਾ ਇਹਨਾਂ ਨੂੰ ਤਜਰਬਾ ਹੈਗਾ ਵਾ ਔਰ ਦੂਸਰਿਆਂ ਦੇ ਲਈ ਹਮਦਰਦੀ ਕਾਫੀ ਇਹਨਾਂ ਦੇ ਦਿਲ ਵਿੱਚ ਹੈਗੀ, ਦੇਖਣ ਨੂੰ ਮਿਲੀ ਹੈਗੀ ਆ। ਔਰ ਲਾਈਫ ਦੇ ਜ਼ਿੰਦਗੀ ਦੇ ਇੱਕ ਤਜਰਬੇ ਹਨ, क्योंकि किसी ने कहा कि तजुर्बा इंसान को गलत फैसलों से बचाता है, लेकिन तजुर्बा गलत फैसलों से ही आता है। और खैर आओ ਇਹਨਾਂ ਅੱਗੇ ਗੱਲਬਾਤ ਕਰਕੇ ਦੇਖਦੇ ਹਾਂ। ਸੋ ਸਰ ਮਾਨ ਸਨਮਾਨ ਦੀ ਗੱਲ ਕਰੀਏ ਤਾਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਇੰਨਾ ਲਗਭਗ 2 ਦਹਾਕਿਆਂ ਦਾ ਸਫ਼ਰ ਹੈਗਾ ਵਾ ਔਰ ਮਾਨ ਸਨਮਾਨ ਫਿਰ ਤੁਹਾਡੇ ਦੇਖਣ ਵਿੱਚ ਆਇਆ ਸੀ ਤੁਹਾਡੇ ਆਫਿਸ ਵਿੱਚ ਕਾਫੀ ਹੈਗਾ, ਤੁਹਾਡਾ ਇੱਕ ਸੰਕਲਨ ਹੈਗਾ ਵਾ, ਤੁਹਾਡੀ ਬਹੁਤ ਪ੍ਰਾਪਤੀਆਂ ਹੈਗੀਆਂ। ਸਾਡੇ ਦਰਸ਼ਕਾਂ ਨੂੰ ਇਸ ਮਾਨ ਸਨਮਾਨ ਦੇ ਜਿਹੜੇ ਖੇਤਰ ਬਾਰੇ ਕੁਝ ਦੱਸੋ। ਭੰਡਾਰੀ ਸਾਹਿਬ, ਜਿਹੜੀ ਮਾਨ ਸਨਮਾਨ ਦੀ ਗੱਲ ਹੈ, ਜੀ ਐਕਚੁਅਲੀ ਜਿਹੜਾ ਲੇਖਕ ਵਾਸਤੇ ਜਾਂ ਸ਼ਾਇਰ ਵਾਸਤੇ ਸਭ ਤੋਂ ਵੱਡਾ ਜਿਹੜਾ ਮਾਨ ਸਨਮਾਨ ਆ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਪਾਠਕ ਜਾਂ ਆਵਾਮ ਉਸ ਦੀਆਂ ਲਿਖਤਾਂ ਪੜ੍ਹਦਾ ਹੈ। ਜੀ ਅਤੇ ਲਿਖਤਾਂ ਪੜ੍ਹ ਕੇ ਫਿਰ ਜਦੋਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਦੀ ਗੱਲ ਦੀ ਸਮਝ ਆਉਂਦੀ ਹੈ ਕਿ ਵਾਕਿਆ ਹੀ ਇਹਦੇ ਵਿੱਚ ਕੋਈ ਨਾ ਕੁਝ ਛੁਪਿਆ ਹੈ, ਸਭ ਤੋਂ ਵੱਡਾ ਮਾਨ ਸਨਮਾਨ ਮੈਂ ਕਹਿੰਦਾ ਕਿ ਸ਼ਾਇਰ ਵਾਸਤੇ ਉਹੀ ਹੈ। ਜੀ ਔਰ ਮਾਨ ਸਨਮਾਨ ਵੈਸੇ ਮੈਨੂੰ ਕਾਫੀ ਮਿਲੇ ਆ, ਲੇਕਿਨ ਸਭ ਤੋਂ ਵੱਡਾ ਮਾਨ ਸਨਮਾਨ ਮੈਂ ਫੋਕੀ ਸ਼ੋਰ ਪਿੱਛੇ ਨਹੀਂ ਪੈਂਦਾ ਜੀ, ਜੀ ਮੇਰੀ ਆਪਣੀ ਫਿਤਰਤ ਹੈ। ਜੀ ਹਾਂ ਸਾਥੀਓ, ਬਹੁਤ ਅੱਛੀ ਸੋਚਣਾ ਜੀ, ਕਿਉਂਕਿ ਕਿਸੇ ਨੇ ਇਹ ਵੀ ਕਿਹਾ ਹੈ ਕਿ ਸਰੋਤਿਆਂ ਦਾ ਪਿਆਰ ਹੀ ਸਭ ਤੋਂ ਵੱਡਾ ਸਨਮਾਨ ਹੁੰਦਾ ਹੈਗਾ ਵਾ। ਔਰ ਸਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਕਵੀ ਦੀਵਾਰਾਂ ਵਿੱਚ ਵੀ ਕਦੇ ਹਿੱਸਾ ਲਿਆ? ਹਾਂਜੀ ਬਿਲਕੁਲ ਜੀ। ਦੇਖੋ, ਮੈਂ ਪਹਿਲੇ ਕਹਿ ਚੁੱਕਾ ਹਾਂ ਭੰਡਾਰੀ ਸਾਹਿਬ ਕਿ ਸ਼੍ਰੋਮਣੀ ਪੰਜਾਬੀ ਲਿਖਾਰੀ ਸਾਹਿਬ ਪੰਜਾਬ ਨਾਲ ਰਿਲੇਟਡ ਹੋਣ ਕਰਕੇ ਮੈਨੂੰ ਵੱਖ-ਵੱਖ ਕਵੀ ਦਰਬਾਰਾਂ ਵਿੱਚ ਜਾਣ ਦਾ ਵੀ ਮੌਕਾ ਮਿਲਿਆ। ਜੀ ਜਿਵੇਂ ਤੁਹਾਡੇ ਫਗਵਾੜਾ ਵਿੱਚ ਹੈ ਮਨੋਜ ਫਗਵਾੜੀ ਸਾਹਿਬ ਆ, ਜੀ ਮੇਰੇ ਬਹੁਤ ਵਧੀਆ ਮਤਲਬ ਕਹਿਣ ਦਾ ਭਾਵ ਪ੍ਰੇਮੀ ਬੰਦੇ ਨੇ। ਔਰ ਕਈ ਵਾਰੀ ਮੈਨੂੰ ਫਗਵਾੜੇ ਜਾ ਕੇ ਤੁਹਾਡੀਆਂ ਮਤਲਬ ਜਿਹੜੀਆਂ ਹੈਗੀਆਂ ਕਵੀ ਸੰਮੇਲਨਾਂ ਵਿੱਚ ਹਿੱਸਾ ਲੈਣਾ ਪਿਆ ਹੈ। ਜੀ ਹਾਂਜੀ, ਔਰ ਬਹੁਤ ਵਧੀਆ ਲੱਗਾ ਮੈਨੂੰ। ਕੀ ਤੁਸੀਂ ਆਪਣੇ ਇਸ ਇਲਾਕੇ ਵਿੱਚ ਵੀ ਕੋਈ ਸਾਹਿਤਕ ਸਮਾਗਮਾਂ ਦਾ ਆਯੋਜਨ ਕਰਵਾਇਆ ਕਦੇ? ਦੇਖੋ ਜੀ, ਇੱਥੇ ਫਿਲਹਾਲ ਇੱਕ ਕਮੀ ਰੜਕਦੀ ਹੈ ਸਾਨੂੰ ਸਾਡੇ ਇਲਾਕੇ ਦੇ ਵਿੱਚ, ਜੀ ਸਾਹਿਤਕਾਰਾਂ ਦੀ ਘਾਟ। ਜੀ ਸਾਹਿਤਕਾਰ ਹੈਗੇ ਆ, ਲੇਕਿਨ ਕਹਿ ਲਓ ਕਿ ਮਤਲਬ ਜ਼ਿਆਦਾ ਉਹਨਾਂ ਦਾ ਕੋਆਪਰੇਸ਼ਨ ਬਹੁਤ ਘੱਟ ਹੈ। ਜੀ ਉਹਦੇ ਨਾਲ ਮੈਨੂੰ ਵੀ ਕਈ ਵਾਰ ਮਹਿਸੂਸ ਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਕਿ ਜਿਹੜੇ ਸਾਡੇ ਸਾਹਿਤਕਾਰ ਆ ਜਾਂ ਲਿਖਾਰੀ ਹੈਗੇ ਆ, ਕੁਝ ਹੱਦ ਤੱਕ ਬੈਠੇ ਆ, ਉਹ ਇਕੱਠੇ ਕਿਉਂ ਨਹੀਂ ਹੋ ਰਹੇ। ਜੀ ਸੋ ਜ਼ਿਆਦਾਤਰ ਸਿੱਧੂ ਸਾਹਿਬ ਮੰਨਿਆ ਜਾਂਦਾ ਹੈਗਾ ਕਿ ਜਦ ਤੱਕ ਕਿਸੇ ਲਿਖਾਰੀ ਦੀ ਚਾਹੇ ਉਸ ਵਿੱਚ ਕਿੰਨੀ ਕੀ ਪ੍ਰਵਕਤਾ ਹੋਵੇ, ਜੀ। ਜਦ ਤੱਕ ਉਸ ਲਿਖਾਰੀ ਦੀ ਕੋਈ ਪੁਸਤਕ ਨਹੀਂ ਰਿਲੀਜ਼ ਹੁੰਦੀ, ਪ੍ਰਕਾਸ਼ਿਤ ਹੁੰਦੀ, ਬਿਲਕੁਲ। ਉਸ ਨੂੰ ਲਿਖਾਰੀ ਨਹੀਂ ਮੰਨਿਆ ਜਾਂਦਾ। ਬਿਲਕੁਲ ਸੱਚ ਹੈ ਇਹ ਸੁਣਨ ਵਿੱਚ ਆਇਆ ਕੋਈ ਸ਼ਾਇਦ ਤੁਹਾਡੇ ਵੀ। ਤੁਹਾਡਾ ਕੀ ਕਹਿਣਾ ਹੈਗਾ ਇਸ ਬਾਰੇ? ਇਹ, ਬਿਲਕੁਲ ਸੱਚ ਹੈ ਜੀ, ਕਿਉਂਕਿ ਕਵੀ ਜਿੰਨੀ ਦੇਰ ਕਿਤਾਬੇ ਨਹੀਂ ਨਾ ਚੜ੍ਹਦਾ ਜੀ ਉਨੀ ਦੇਰ ਉਹ ਕਵੀ ਨਹੀਂ ਮੰਨਿਆ ਜਾਂਦਾ। ਜੀ ਉਹਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਹੁਣ ਦੇਖੋ, ਮੇਰਾ ਤਾਂ ਵਾਹ ਜਿਹੜਾ ਵੱਖ-ਵੱਖ ਅਖਬਾਰਾਂ ਦੇ ਨਾਲ ਰਿਲੇਟਡ ਹੋਣ ਕਰਕੇ ਗਾਏ ਮੇਰੀਆਂ ਰਚਨਾਵਾਂ ਜਿਹੜੀਆਂ ਪੰਜਾਬੀ ਦੀਆਂ ਨਾਮਵਰ ਅਖਬਾਰਾਂ ਵਿੱਚ ਛਪ ਚੁੱਕੀਆਂ ਜੀ। ਜੀ ਬਿਲਕੁਲ। ਠੀਕ ਹੈ ਨਾ। ਕੁਝ ਕਹਾਣੀਆਂ ਜਿਵੇਂ ਮੇਰੀਆਂ ਪ੍ਰਚਲਿਤ ਹੋਈਆਂ, ਸੂਲੀ ਤੇ ਟੰਗਿਆ ਸੱਚ ਮੇਰੀ ਕਹਾਣੀ ਬਹੁਤ ਪ੍ਰਚਲਿਤ ਹੋਈ ਸੀ ਭੰਡਾਰੀ ਸਾਹਿਬ। ਜੀ ਉਸ ਤੋਂ ਬਾਅਦ ਇੱਕ ਹਾਦਸਾ, ਆਪਣੇਪਨ ਦਾ ਅਹਿਸਾਸ, ਕਵੀ ਅੱਜ ਫਿਰ ਉਦਾਸ ਹੈ, ਇਹ ਮੇਰੀਆਂ ਕਹਾਣੀਆਂ ਜਿਹੜੀਆਂ ਕਾਫੀ ਪ੍ਰਚਲਿਤ ਹੋਈਆਂ। ਇਹ ਕਹਾਣੀ ਸੀ ਮੇਰੀ ਧੀ ਦਾ ਦਰਦ, ਧੀ ਦਾ ਦਰਦ, ਉਹ ਵੀ ਪੰਜਾਬੀ ਦੀਆਂ ਨਾਮਵਰ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ। ਜੀ। ਤੇ ਬਾਕੀ ਰਹੀ ਮੇਰੀ ਪੋਇਟਰੀ ਦੀ ਗੱਲ ਜਾਂ ਗਜ਼ਲਾਂ ਦੀ, ਇਹ ਮੈਂ ਨਿਰੰਤਰ ਲਿਖਦਾ ਜੀ, ਔਰ ਟਾਈਮ ਸਿਰ ਮੰਨ ਲਓ ਜਿਹੜੀਆਂ ਪ੍ਰਕਾਸ਼ਿਤ ਵੀ ਹੋ ਰਹੀਆਂ ਨੇ। ਸਰ ਦੇਖਣ ਵਿੱਚ ਆਇਆ ਸੀ ਕਿ ਬੀਤੇ ਸਮੇਂ 'ਚ ਤੁਹਾਡੀ ਵਾਰਤਕ ਕਾਫੀ ਲਿਖਿਆ ਗਿਆ, ਤੁਹਾਡੇ ਆਰਟੀਕਲ ਵੱਡੀਆਂ ਅਖਬਾਰਾਂ ਵਿੱਚ ਛਪੇ। ਹਾਂਜੀ ਹਾਂਜੀ ਜਗਬਾਣੀ ਵਰਗੀਆਂ ਵੱਡੀਆਂ ਅਖਬਾਰਾਂ ਨੇ ਤੁਹਾਡੇ ਆਰਟੀਕਲ ਪ੍ਰਕਾਸ਼ਿਤ ਕੀਤੇ। ਜੀ। ਔਰ ਆਰਟੀਕਲ, ਵਾਰਤਕ, ਕਹਾਣੀ, ਕਵਿਤਾ, ਗਜ਼ਲ, ਇਹਨਾਂ ਦਾ ਤਾਲਮੇਲ ਕਿੱਦਾਂ ਹੋਇਆ? ਤਾਲਮੇਲ ਇਸ ਤਰ੍ਹਾਂ ਭੰਡਾਰੀ ਸਾਹਿਬ, ਮੈਂ ਪਹਿਲੇ ਵੀ ਕਹਿ ਚੁੱਕਾ ਕਿ ਸਮਾਜਿਕ ਪ੍ਰਸਥਿਤੀਆਂ ਇਨਸਾਨ ਨੂੰ ਜਿਹੜਾ ਲਿਖਣ ਲਈ ਮਜਬੂਰ ਕਰ ਦਿੰਦੀ ਹੈ। ਜੀ ਲਿਖੇਗਾ ਉਹੀ ਜਿਹਦੇ ਅੰਦਰ ਉਸ ਮਾਲਕ ਨੇ ਜਾਂ ਇਲਹਾਮ ਉਤਰਦਾ ਹੈ ਕਿ ਕੋਈ ਨਾ ਕੋਈ ਰਚਨਾ ਬਣਦੀ ਹੈ, ਜੀ ਚਾਹੇ ਉਹ ਆਰਟੀਕਲ ਦੇ ਰੂਪ ਵਿੱਚ ਹੈ, ਚਾਹੇ ਗਜ਼ਲ ਦੇ ਰੂਪ ਵਿੱਚ ਹੈ, ਚਾਹੇ ਉਹ ਕਵਿਤਾ ਦੇ ਰੂਪ ਵਿੱਚ ਹੈ। ਜੀ
ਸੋ ਤੁਹਾਨੂੰ ਫਿਰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਹੈਗਾ? ਭਾਸ਼ਾਵਾਂ ਤਾਂ ਜਿਹੜੀਆਂ ਆਪਣੀਆਂ ਦੇਖੋ ਜੀ, ਪੰਜਾਬੀ, ਹਿੰਦੀ, ਇੰਗਲਿਸ਼, ਉਰਦੂ, ਜੀ। ਠੀਕ ਹੈ ਨਾ, ਇਹ ਅਕਸਰ ਮੈਂ ਪੜ੍ਹਦਾ। ਤੁਸੀਂ ਫਿਰ ਕਿਸ ਤਰ੍ਹਾਂ ਦੀਆਂ ਪੁਸਤਕਾਂ ਜ਼ਿਆਦਾ ਪਸੰਦ ਕਰਦੇ ਹੋ ਪੜ੍ਹਨੀਆਂ? ਜ਼ਿਆਦਾ ਪੁਸਤਕਾਂ ਦੇਖੋ ਜੀ ਜਿਹੜੀਆਂ ਕਿ ਸਮਾਜਿਕ ਪ੍ਰਸਥਿਤੀਆਂ ਦੇ ਉੱਪਰ ਹਨ, ਜੀ ਲਿਟਰੇਚਰ ਹੈ, ਜੀ। ਪੜ੍ਹਨਾ ਪਸੰਦ ਕਰਦਾ ਮੈਂ। ਤੇ ਤੁਹਾਡੀਆਂ ਆਪਣੀਆਂ ਕਿਹੜੀਆਂ ਪੁਸਤਕਾਂ ਹੁਣ ਤੱਕ ਰਿਲੀਜ਼ ਹੋਈਆਂ? ਹੁਣ ਦੇਖੋ ਜੀ, ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਾ ਕਿ ਜਿਹੜੀ ਪੰਜਾਬੀ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵੱਲੋਂ ਕਾਵਿ ਸੰਗ੍ਰਹਿ, ਜੀ ਕਲਮਾਂ ਦੀ ਪ੍ਰਵਾਜ, ਜੀ ਹਾਂਜੀ ਕਲਮਾਂ ਦੀ ਪ੍ਰਵਾਜ, ਜੀ। ਕਲਮਾਂ ਦੀ ਉਡਾਨ, ਕਲਮਾਂ ਦੀ ਉਡਾਨ, ਹਾਂਜੀ, ਜੀ। 3-4 ਪੁਸਤਕਾਂ ਹਨ। ਜਿਸ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਕੋਈ ਪੁਸਤਕ ਦਾ ਕੋਈ ਹੈ ਪਲਾਨ ਕੋਈ? ਹਾਂਜੀ, ਬਹੁਤ ਜਲਦੀ ਪਟਾਈ ਸਾਹਿਬ ਮੈਂ ਇੱਕ ਸੂਫੀਜ਼ਮ ਦੇ ਉੱਪਰ ਜਿਹੜਾ ਲਿਖ ਕੇ ਨਾ ਮਤਲਬ ਕਾਵਿ ਸੰਗ੍ਰਹਿ ਪ੍ਰਕਾਸ਼ ਕਰਨ ਜਾ ਰਿਹਾ। ਜੀ। ਬਹੁਤ ਜਲਦੀ ਉਹ ਜਿਹੜਾ ਮੇਰੀ ਕਾਵਿ ਸੰਗ੍ਰਹਿ ਹੈਗਾ ਜੀ। ਉਹ ਪਾਠਕਾਂ ਸਾਹਮਣੇ ਮੈਂ ਰੂਬਰੂ ਕਰੂੰਗਾ। ਜੀ। ਸੋ ਜਿਹੜੇ ਸਰ ਦੇਖਣ ਜਾਵੇ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਜਿਹੜੇ ਨਵੇਂ ਲਿਖਾਰੀ ਕਾਫੀ ਉੱਭਰ ਕੇ ਸਾਹਮਣੇ ਆਏ ਹੈਗੇ ਆ ਜੀ। ਸੋ ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਮਾਰਗਦਰਸ਼ਨ ਕਰਨੀ ਪਸੰਦ ਕਰੋਗੇ? ਗੱਲ ਇਸ ਤਰ੍ਹਾਂ ਪਟਾਈ ਸਾਹਿਬ ਕਿ ਨਵੇਂ ਲਿਖਾਰੀ ਹੈ, ਲਿਖਦੇ ਆ, ਬਹੁਤ ਵਧੀਆ ਲਿਖਦੇ ਆ, ਜੀ। ਲੇਕਿਨ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਛਪਣ ਤੋਂ ਪਹਿਲੇ ਆਪ ਨੂੰ ਪਰਪੱਕ ਕਰਨਾ, ਜੀ। ਠੀਕ ਹੈ ਨਾ, ਆਪਣੀ ਲੇਖਣੀ ਨੂੰ ਪਰਪੱਕ ਬਣਾਉਣ, ਉਸ ਤੋਂ ਬਾਅਦ ਜਿਹੜਾ ਛਪਣ ਵਾਲੇ ਪਾਸੇ ਤੁਰਨਗੇ। ਜੀ। ਕਈ ਵਾਰੀ ਇਹ ਹੁੰਦਾ ਕਿ ਆਪਾਂ ਨਵਾਂ ਲਿਖਣਾ ਸ਼ੁਰੂ ਕਰਦੇ ਹਾਂ ਅਤੇ ਸ਼ੌਕ ਹੁੰਦਾ ਯਾਰ ਪੰਜਾਬੀ ਦੀ ਅਖਬਾਰ ਵਿੱਚ ਛਪ ਜਾਏ ਜਾਂ ਕਿਸੇ ਹੋਰ ਮਤਲਬ ਪੋਇਟਰੀ ਦੇ ਵਿੱਚ ਮਤਲਬ ਆਪਣਾ ਜਿਹੜਾ ਆ ਚਲੋ ਛਪ ਜਾਏ, ਲੇਕਿਨ ਮੈਂ ਕਹਿੰਦਾ ਕਿ ਛਪਾਉਣ ਤੋਂ ਪਹਿਲੇ ਪਰਪੱਕ ਕਵੀ ਬਣੋ ਔਰ ਚੰਗੇ ਕਵੀਆਂ ਨੂੰ ਪੜ੍ਹੋ। ਸੋ ਸਰ ਪਰਿਵਾਰਕ ਜ਼ਿੰਮੇਵਾਰੀਆਂ ਚੱਲਦੇ ਫਿਰ ਸਾਹਿਤਕ ਰੁਝਾਨ ਕਿਸ ਤਰ੍ਹਾਂ ਬਰਕਰਾਰ ਰਹਿੰਦਾ ਹੈਗਾ? ਦੇਖੋ, ਸਮਾਜਿਕ ਜ਼ਿੰਮੇਵਾਰੀਆਂ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਜੀ, ਮੈਂ ਕਹਿੰਦਾ ਕਿ ਉਹੀ ਇਨਸਾਨ ਸੂਰਮਾ ਹੈ ਜਿਹੜਾ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਸ਼ੌਕ ਵੀ ਪੂਰੇ ਕਰੇ ਔਰ ਆਵਾਮ ਵਾਸਤੇ ਕੁਝ ਕਰ ਜਾਵੇ। ਭਗਤ ਸਿੰਘ ਦੀ ਸੋਚ। ਆਓ ਦੇਸ਼ ਦੇ ਨੌਜਵਾਨੋਂ ਭਗਤ ਸਿੰਘ ਦੀ ਸੋਚ ਬਣਾਈਏ, ਵੱਧ ਰਹੀ ਭ੍ਰਿਸ਼ਟਾਚਾਰੀ ਨੂੰ ਜੜ੍ਹ ਤੋਂ ਫੂਕ ਮਟਾਈਏ। ਆਓ ਦੇਸ਼ ਦੇ ਨੌਜਵਾਨੋਂ ਭਗਤ ਸਿੰਘ ਦੀ ਸੋਚ ਬਣਾਈਏ। ਇੱਕ ਮੇਰੀ ਕਵਿਤਾ ਛਪੀ ਸੀ, ਨਸ਼ਿਆਂ ਦਾ ਛੇਵਾਂ ਦਰਿਆ। ਨਸ਼ਿਆਂ ਦਾ ਛੇਵਾਂ ਦਰਿਆ ਵਕਤ ਤੁਰਿਆ ਵਿੱਚ ਪੰਜਾਬ ਦੇ, ਨਸ਼ਿਆਂ ਦਾ ਛੇਵਾਂ ਦਰਿਆ ਵਕਤ ਤੁਰਿਆ ਵਿੱਚ ਪੰਜਾਬ ਦੇ, ਬੱਚਿਆਂ ਬੁੱਢਿਆਂ ਨੌਜਵਾਨਾਂ ਨੂੰ ਲੈ ਰੁੜਿਆ ਵਿੱਚ ਪੰਜਾਬ ਦੇ, ਨਸ਼ਿਆਂ ਦਾ ਛੇਵਾਂ ਦਰਿਆ ਵਕਤ ਤੁਰਿਆ ਵਿੱਚ ਪੰਜਾਬ ਦੇ। ਜੇਕਰ ਠੱਲ ਨਾ ਪਾਈ ਇਸ ਨੂੰ ਹੋਈ ਜਾਊ ਬਰਬਾਦੀ ਇੱਥੇ, ਜੇਕਰ ਠੱਲ ਨਾ ਪਾਈ ਇਸ ਨੂੰ ਹੋਈ ਜਾਊ ਬਰਬਾਦੀ ਇੱਥੇ। ਆਓ ਮਿਲ ਕੇ ਉਪਰਾਲਾ ਕਰੀਏ, ਰੋਣਾ ਪਿਆ ਵਿੱਚ ਪੰਜਾਬ ਦੇ, ਨਸ਼ਿਆਂ ਦਾ ਛੇਵਾਂ ਦਰਿਆ ਵਕਤ ਤੁਰਿਆ ਵਿੱਚ ਪੰਜਾਬ ਦੇ, ਬੱਚਿਆਂ ਬੁੱਢਿਆਂ ਨੌਜਵਾਨਾਂ ਨੂੰ ਲੈ ਰੁੜਿਆ ਵਿੱਚ ਪੰਜਾਬ ਦੇ। ਸਾਥੀਓ, ਮੈਂ ਅੱਜ ਦੇ ਜਿਹੜੇ ਆਪਣੇ ਰਾਈਟਰ ਭਾਈਚਾਰਾ ਸ਼ਾਇਰ ਹਨ, ਮੈਂ ਉਹਨਾਂ ਨੂੰ ਇਹੋ ਹੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਵਧੀਆ ਲਿਖੋ, ਜਿਹੜਾ ਕਿ ਸਮਾਜ ਨੂੰ ਸੇਧ ਦੇਣ ਯੋਗ ਹੋਵੇ, ਤਾਂ ਕਿ ਅੱਜ ਦੇ ਦੌਰ ਅੰਦਰ ਜਿਹੜਾ ਪਦਾਰਥਵਾਦੀ ਪੁਆਇੰਟ ਆ ਉਹ ਤੋਂ ਹਟ ਜਾਓ। ਵਧੀਆ ਸੋਚੋ, ਵਧੀਆ ਲਿਖੋ, ਤਾਂ ਕਿ ਜਿਹੜਾ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਾਂ ਨੇ ਉਹਨਾਂ ਨੂੰ ਇੱਕ ਨਵੀਂ ਸੇਧ ਮਿਲ ਸਕੇ। ਮੈਂ ਤਾਂ ਆਪਣੇ ਪਾਠਕਾਂ ਨੂੰ, ਆਪਣੇ ਲੇਖਕ ਭਾਈਚਾਰੇ ਨੂੰ ਇਹੋ ਹੀ ਅਪੀਲ ਕਰਨੀ ਚਾਹੁੰਦਾ ਕਿ ਯਾਰ ਕੋਈ ਵਧੀਆ ਕਰ ਜਾਓ, ਤਾਂ ਕਿ ਆਉਣ ਵਾਲੇ ਸਾਡੇ ਸਮਾਜ ਦੇ ਵਾਸਤੇ ਮਾਰਗਦਰਸ਼ਕ ਬਣ ਕੇ ਇੱਕ ਰਾਹ ਦਸੇਰਾ ਬਣੋ। ਯਾਰ ਜ਼ਿੰਦਗੀ ਇੱਕ ਤਰਾਨਾ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ। ਪੌਣ ਠੰਡੀ ਠੰਡੀ ਪਈ ਹੈ ਵਗਦੀ, ਪੌਣ ਠੰਡੀ ਠੰਡੀ ਪਈ ਹੈ ਵਗਦੀ, ਗੀਤ ਛੇੜੇ ਕੋਈ ਦੀਵਾਨਾ ਦੋਸਤੋ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ। ਮੰਜ਼ਿਲਾਂ ਨੇ ਦੂਰ ਸਰ ਹੈ ਕਰਨੀਆਂ, ਮੰਜ਼ਿਲਾਂ ਨੇ ਦੂਰ ਸਰ ਹੈ ਕਰਨੀਆਂ, ਕਰਕੇ ਹਿੰਮਤ ਹੋ ਰਿਵਾਨਾ ਦੋਸਤੋ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ। ਮਰ ਗਿਆਂ ਨੂੰ ਪੂਜਦੇ ਕਿਉਂ ਫਿਰ ਰਹੇ, ਮਰ ਗਿਆਂ ਨੂੰ ਪੂਜਦੇ ਕਿਉਂ ਫਿਰ ਰਹੇ, ਜਿਉਂਦਿਆਂ ਨਾ ਲਾਓ ਜਲਾਨਾ ਦੋਸਤੋ, ਮਰ ਗਿਆਂ ਨੂੰ ਪੂਜਦੇ ਕਿਉਂ ਫਿਰ ਰਹੇ, ਜਿਉਂਦਿਆਂ ਨਾ ਲਾਓ ਜਲਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ। ਕਰ ਉਜਾਲਾ ਇਲਮ ਦਾ ਚਾਰੋਂ ਤਰਫ, ਕਰ ਉਜਾਲਾ ਇਲਮ ਦਾ ਚਾਰੋਂ ਤਰਫ, ਭਰਿਆ ਦਿਲ ਦੇ ਵਿੱਚ ਖਜ਼ਾਨਾ ਦੋਸਤੋ, ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ, ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ। ਜੀ ਹਾਂ ਦਰਸ਼ਕੋ, ਅਸੀਂ ਐਸਡੀਓ ਸਾਹਿਬ ਦੀਆਂ ਭਾਵਨਾਵਾਂ, ਇਹਨਾਂ ਦੇ ਜਜ਼ਬਾਤਾਂ ਦੀ, ਇਹਨਾਂ ਦੀ ਪ੍ਰਾਪਤੀਆਂ ਦੀ ਬੇਹੱਦ ਸ਼ਲਾਘਾ ਕਰਦੇ ਹਾਂ। ਔਰ ਇਹਨਾਂ ਦਾ ਇੱਕ ਸਾਹਿਤਕ ਔਰ ਹੋਰ ਜੀਵਨ ਦਾ ਸਫ਼ਰ ਕਾਫੀ ਲੰਬਾ ਹੈਗਾ, ਜਿਸ ਦਾ ਜ਼ਿਕਰ ਅਸੀਂ ਆਪਣੇ
ਅਗਲੇ ਇੰਟਰਵਿਊ ਵਿੱਚ ਅਗਲੀ ਪੇਸ਼ਕਸ਼ ਦੇ ਵਿੱਚ ਕਰਾਂਗੇ। ਉਮੀਦ ਹੈ ਸਾਡੀ ਇਹ ਪੇਸ਼ਕਸ਼ ਤੁਹਾਨੂੰ ਬੇਹੱਦ ਪਸੰਦ ਆਈ ਹੋਵੇਗੀ। ਗੱਲਬਾਤ ਕਰਨ ਲਈ ਅਸੀਂ ਸਿੱਧੂ ਸਾਹਿਬ ਦਾ ਬੇਹੱਦ ਧੰਨਵਾਦ ਕਰਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਮੇਹਰਬਾਨੀ ਬੇਟਾ ਸਾਹਿਬ। Subscribe now and press the bell icon. Never miss an update.